ਹੈਲੋ ਫਰੈਂਡਸ, ਅੱਜ ਅਸੀਂ ਪੜ੍ਹਾਂਗੇ CRPC ਦੇ ਚੈਪਟਰ 6 ਦਾ ਪਾਰਟ ਸੀ, ਜਿਹੜਾ ਕਿ ਹੈਗਾ ਪ੍ਰੋਕਲਾਮੇਸ਼ਨ ਐਂਡ ਅਟੈਚਮੈਂਟ। ਪਾਰਟ ਸੀ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿਸੇ ਨੂੰ ਅਗਰ ਕੋਈ ਅਰੈਸਟ ਕਿਸੇ ਵਾਰੰਟ ਤੋਂ ਭੱਜਦਾ ਹੈ ਤਾਂ ਉਹਦੇ ਵਿੱਚ ਜਿਹੜਾ ਕੋਰਟ ਹੈ, ਜਿਹੜੀ ਸਾਡੀ ਕੋਰਟ ਹੈਗੀ ਆ, ਉਹ ਉਸ ਨੂੰ ਕਿਸ ਤਰ੍ਹਾਂ ਇਸ਼ਤਿਹਾਰੀ ਕਰਾਰ ਕਰਦੀ ਹੈ ਅਤੇ ਉਸ ਤੋਂ ਬਾਅਦ ਜਿਹੜੀ ਉਹਦੀ ਪ੍ਰੋਪਰਟੀ ਹੁੰਦੀ ਹੈ ਉਹਦੀ ਕੁਰਕੀ ਕੀਤੀ ਜਾਂਦੀ ਹੈਗੀ। ਠੀਕ ਹੈ ਜੀ। ਅਤੇ ਨਾ ਉਹ ਸੈਕਸ਼ਨ ਅਸੀਂ ਸਟਾਰਟ ਕਰਨ ਲੱਗੇ ਹਾਂ ਜੀ। ਅੱਜ ਅਸੀਂ ਸੈਕਸ਼ਨ 82 ਅਤੇ 83 ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਸੈਕਸ਼ਨ ਜਿਹੜਾ 82 ਆਉਂਦਾ ਸਾਡਾ 82 ਹੈ, ਉਹ ਹੈ ਜੀ ਪ੍ਰੋਕਲਾਮੇਸ਼ਨ ਆਫ ਪਰਸਨ ਅਬਸਕੌਂਡਿੰਗ। ਇਸ਼ਤਿਹਾਰੀ ਕਰਾਰ ਕਰਨਾ ਜੋ ਵਿਅਕਤੀ ਫਰਾਰ ਹੁੰਦਾ ਹੈ। ਨੰਬਰ 1 ਸਬ ਸੈਕਸ਼ਨ ਵਿੱਚ ਕੀ ਲਿਖਿਆ ਜੀ? ਠੀਕ ਹੈ, ਇਫ ਐਨੀ ਕੋਰਟ, ਕੋਈ ਵੀ ਅਦਾਲਤ, ਇਹਦੇ 'ਚ ਉਹਨੂੰ ਕੋਈ ਸਪੈਸ਼ਲ ਕੋਰਟ ਦਾ ਨਹੀਂ ਬਲਕਿ ਉਹਨੇ ਕੋਈ ਵੀ ਅਦਾਲਤ ਕਿਹਾ, ਹੈਜ਼ ਰੀਜ਼ਨ ਟੂ ਬਲੀਵ, ਵਿਸ਼ਵਾਸ ਕਰ ਲੈਂਦੀ ਹੈ, ਬ੍ਰੈਕਟ ਜੀ, ਵੈਦਰ ਆਫਟਰ ਟੇਕਿੰਗ ਐਵੀਡੈਂਸ ਔਰ ਨੋਟ, ਹਾਲੇ ਗਵਾਹੀ ਹੋਈ ਹੈ ਜਾਂ ਨਹੀਂ, that any person against whom a warrant has been issued by it has absconded or is concealing himself so that such warrant cannot be executed। ਤਾਂ ਕਹਿਣ ਦਾ ਮਤਲਬ ਕੀ ਹੈ ਜੀ ਕਿ ਜਦੋਂ ਕੋਈ ਵੀ ਕੋਰਟ ਗਵਾਹੀ ਤੋਂ ਪਹਿਲਾਂ ਜਾਂ ਬਾਅਦ 'ਚ ਅਗਰ ਉਹ ਕੋਈ ਵਾਰੰਟ ਇਸ਼ੂ ਕਰਦੀ ਹੈ, ਜਿਸ ਬੰਦੇ ਦੇ ਖਿਲਾਫ ਉਹ ਵਾਰੰਟ ਇਸ਼ੂ ਕੀਤਾ ਜਾਂਦਾ, ਅਗਰ ਉਹ ਜਿਹੜਾ ਵਿਅਕਤੀ ਹੈਗਾ ਆਪਣੇ ਆਪ ਨੂੰ ਲੁਕਾ ਛਪਾ ਕਰਦਾ ਹੈ ਅਤੇ ਇਸ ਗੱਲ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਜਿਹੜੇ ਵਾਰੰਟ ਉਹਦੇ ਖਿਲਾਫ ਹੋਏ ਹਨ ਤਾਂ ਉਹ ਤਮੀਲ ਨਾ ਹੋਣ, ਤਾਂ ਸੱਚ ਕੋਰਟ ਮੇ ਪਬਲਿਸ਼ ਏ ਰਿਟਨ ਪ੍ਰੋਕਲਾਮੇਸ਼ਨ requiring him to appear at specified place and at specified time not less than 30 days from the date of publishing such proclamation। ਤਾਂ ਕੋਰਟ ਕੀ ਕਰਦੀ ਆ, ਉਹਦਾ ਇੱਕ ਇਸ਼ਤਿਹਾਰ ਜਾਰੀ ਕਰ ਦਿੰਦੀ ਹੈ ਜਿਹਦੇ ਵਿੱਚ ਕਿ ਉਹ 30 ਦਿਨਾਂ ਦਾ ਟਾਈਮ ਉਹਨੂੰ ਦਿੱਤਾ ਜਾਂਦਾ ਹੈ ਕਿ ਤੂੰ ਇਸ ਜਗ੍ਹਾ 'ਤੇ ਅਤੇ ਇਸ ਟਾਈਮ 'ਤੇ ਆ ਕੇ ਪੇਸ਼ ਹੋ। ਹੁਣ ਸਬਸੈਕਸ਼ਨ 2 ਹੈ ਜੀ ਸਾਡੇ ਕੋਲ, the proclamation shall be published as follows। ਤਾਂ ਹੁਣ ਕਹਿੰਦਾ ਜਿਹੜੀ ਇਸ਼ਤਿਹਾਰ ਹੈ ਉਹਨੂੰ ਪਤਾ ਕਿੱਦਾਂ ਲੱਗੇਗਾ, ਤਾਂ ਉਹਨੂੰ ਪਤਾ ਲਗਾਉਣ ਵਾਸਤੇ ਸਪੈਸ਼ਲ ਹੈ ਜੀ, the proclamation shall be published as follows। ਹੇਠ ਲਿਖੇ ਅਨੁਸਾਰ ਜਿਹੜਾ ਉਹ ਇਸ਼ਤਿਹਾਰ ਹੈ ਘੋਸ਼ਿਤ ਹੈ। ਨੰਬਰ 1A, 1 ਦਾ ਪਾਰਟ A, it shall be publicly read in some conspicuous place of the town, village in which such person ordinarily reside। ਤਾਂ ਉਹ ਵਿਅਕਤੀ ਜਿਸ ਦੇ ਖਿਲਾਫ ਇਸ਼ਤਿਹਾਰ ਜਾਰੀ ਹੋਇਆ, ਜਿਹੜੇ ਖਿਲਾਫ ਵਾਰੰਟ ਜਾਰੀ ਹੋਏ ਹਨ, ਤਾਂ ਜਿਹੜਾ ਉਹ ਇਸ਼ਤਿਹਾਰ ਹੈ ਕੋਈ ਪਿੰਡ ਦੀ ਜਾਂ ਕਸਬੇ ਦੀ ਕੋਈ ਇਹੋ ਜਿਹੀ ਜਗ੍ਹਾ ਦੇ ਵਿੱਚ ਜਿੱਥੇ ਕਿ ਆਮ ਤੌਰ 'ਤੇ ਉਹ ਪੜ੍ਹਿਆ ਜਾ ਸਕੇ, ਜਿੱਥੇ ਉਹ ਵਿਅਕਤੀ ਜਿਹੜਾ ਰਹਿੰਦਾ ਹੈਗਾ, ਜਿਹਦੇ ਖਿਲਾਫ ਵਾਰੰਟ ਜਾਰੀ ਜਿਹਦੇ ਖਿਲਾਫ ਇਸ਼ਤਿਹਾਰ ਜਾਰੀ ਹੋਇਆ, ਵਾਰੰਟ ਜਾਰੀ ਹੋਇਆ, ਤਾਂ ਉੱਥੇ ਉਹ ਲਗਾਇਆ ਜਾਏਗਾ। ਨੰਬਰ B ਹੈ ਜੀ, it shall be affixed to some conspicuous part of the house or homestead in which such person ordinarily reside or to some conspicuous place of such town or village। ਤਾਂ ਹੁਣ ਜਿਹੜਾ ਇਸ਼ਤਿਹਾਰ ਹੈ ਉਹ ਉਸ ਵਿਅਕਤੀ ਦੇ ਘਰ ਦੇ ਬਾਹਰ ਜਾਂ ਘਰ ਦੀ ਕੋਈ ਜਗ੍ਹਾ ਹੋਵੇ ਉੱਥੇ, ਜਾਂ ਫਿਰ ਜੇਕਰ ਕਹਿੰਦਾ ਪਿੰਡ ਜਾਂ ਕਸਬੇ ਦੇ ਕਿਸੇ ਜਿੱਥੇ ਆਮ ਤੌਰ 'ਤੇ ਉੱਤੇ ਇਹਨੂੰ ਦੇਖਿਆ ਜਾ ਸਕੇ ਇਸ਼ਤਿਹਾਰ ਨੂੰ, ਉਹ ਲਗਾਇਆ ਜਾਏਗਾ। C, a copy thereof shall be affixed to some conspicuous part of the court house। C ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਜਿਹੜਾ ਕੋਰਟ ਦਾ ਜਿੱਥੇ ਜਿਸ ਕਚਹਿਰੀ ਨੇ ਇਹਨੂੰ ਇਸ਼ੂ ਕੀਤਾ ਹੈ, ਕੋਰਟ ਦਾ ਜਦੋਂ ਖਾਸ ਕੋਈ ਆਮ ਜਿਹੜੀ ਥਾਂ ਵਾ ਜਿੱਥੇ ਕਿ ਉਹ ਪੜ੍ਹਿਆ ਜਾ ਸਕੇ ਇਸ਼ਤਿਹਾਰ, ਤੋਂ ਇਸ਼ਤਿਹਾਰ ਉੱਥੇ ਵੀ ਲਗਾਇਆ ਜਾਏਗਾ। ਸੈਕਿੰਡ ਹੈ ਜੀ, the court may also, if it thinks, direct a copy of the proclamation to be published in a daily newspaper circulating in the place in which such person ordinarily resides। ਅਗਰ ਕੋਰਟ ਠੀਕ ਸਮਝਦੀ ਹੈ ਤਾਂ ਉਹ ਇਸ਼ਤਿਹਾਰ ਦੀ ਇੱਕ ਕਾਪੀ ਅਖਬਾਰ ਵਾਸਤੇ ਦੇ ਸਕਦੀ ਹੈ,
ਜਿਹੜਾ ਕਿ ਉਹਦੇ ਵਿੱਚ ਛਪੇਗਾ ਔਰ ਉਹ ਉਸ ਥਾਂ ਲਈ ਦੇਗਾ ਕਿ ਜਿੱਥੋਂ ਦਾ ਉਹ ਬੰਦਾ ਜਿਸ ਸ਼ਹਿਰ ਜਾਂ ਕਸਬੇ ਜਾਂ ਜਿਸ ਥਾਂ ਤੇ ਰਹਿੰਦਾ ਹੋਵੇ ਆਮ ਤੌਰ ਤੇ ਉੱਥੋਂ ਦੇ ਅਖਬਾਰ ਵਿੱਚੋਂ ਛਪੇ। ਠੀਕ ਹੈ ਜੀ। ਨੰਬਰ 3 ਹੈ ਜੀ, a statement in writing by the court issuing the proclamation to that effect that the proclamation was duly published on a specified day in the manner specified class 1 of subsection 2 shall be conclusive evidence that the requirement of this section have been complied with and that proclamation was published on such day। ਉਹਨਾਂ ਨੇ 3 ਵਿੱਚ ਕਿਹਾ ਇਹ ਸਟੇਟਮੈਂਟ ਇਨ ਰਾਈਟਿੰਗ, ਇੱਕ ਬਿਆਨ ਲਿਖਤੀ ਤੌਰ ਦੇ ਉੱਤੇ ਜਦੋਂ ਕੋਰਟ ਦੇ ਕੋਲ ਮਿਲ ਜਾਂਦਾ ਹੈ ਕਿ ਹਾਂਜੀ ਇਸ ਜਗ੍ਹਾ ਦੇ ਉੱਤੇ ਜਾਂ ਇਸ ਥਾਂ ਦੇ ਉੱਤੇ ਜਿਹੜਾ ਇਸ਼ਤਿਹਾਰੀ ਜਿਹੜਾ ਬਿਆਨ ਇਸ਼ਤਿਹਾਰ ਜਿਹੜਾ ਲਗਾਇਆ ਗਿਆ ਸੀਗਾ ਤਾਂ ਉਹਨੂੰ ਇੱਕ ਪੱਕਾ ਸਬੂਤ ਸਮਝਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਕੋਰਟ ਮੰਨ ਲੈਂਦੀ ਹੈ ਕਿ ਜੋ ਵੀ ਉਹਦੀਆਂ ਜ਼ਰੂਰੀ ਸ਼ਰਤਾਂ ਸੀਗੀਆਂ ਪੂਰੀਆਂ ਹੋ ਗਈਆਂ ਪ੍ਰੋਕਲਾਮੇਸ਼ਨ ਦੀਆਂ ਇਸ਼ਤਿਹਾਰ ਦੀਆਂ ਲਗਾਉਣ ਬਾਰੇ ਤਾਂ ਐਂਡ ਪ੍ਰੋਕਲਾਮੇਸ਼ਨ ਵਾਸ ਪਬਲਿਸ਼ਡ ਅਤੇ ਇਹ ਪੱਕਾ ਹੋ ਜਾਂਦਾ ਕਿ ਇਸ ਤਰੀਕ ਨੂੰ ਜਿਹੜਾ ਇਹ ਇਸ਼ਤਿਹਾਰ ਹੈ ਜਿਹੜਾ ਇਹ ਪਬਲਿਸ਼ ਹੋ ਗਿਆ ਸੀ, ਪ੍ਰਕਾਸ਼ਿਤ ਕਰ ਦਿੱਤਾ ਗਿਆ ਸੀ। ਹੁਣ ਬੇਸਿਕਲੀ ਸਮਝਣ ਦੀ ਗੱਲ ਹੈ ਸਟੇਟਮੈਂਟ ਦੇਗਾ ਕੌਣ? ਇਹ ਸਟੇਟਮੈਂਟ ਉਹ ਬੰਦਾ ਦੇਗਾ ਜਿਹੜਾ ਬੰਦਾ ਕਿ ਉਹ ਜਿਹੜੇ ਵਾਰੰਟਾ ਲੈ ਕੇ ਜਾਂਦਾ ਹੈਗਾ ਤਾਂ ਕੋਰਟ ਵਿੱਚ ਆ ਕੇ ਆਪਣੇ ਬਿਆਨ ਦੇ ਦੇਗਾ ਕਿ ਹਾਂਜੀ ਮੈਂ ਇਸ ਤਰੀਕ ਨੂੰ ਇੰਨੇ ਵਜੇ ਇੱਥੇ ਜਾ ਕੇ ਜਿਹੜਾ ਇਸ਼ਤਿਹਾਰ ਲਗਾਇਆ ਸੀ ਜਾਂ ਇੰਨੀ ਤਰੀਕ ਨੂੰ ਇਸ ਦੇ ਵਿੱਚ ਜਿਹੜਾ ਅਖਬਾਰ ਦੇ ਵਿੱਚ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਤਾਂ ਉਹ ਜਿਹੜੀ ਚੀਜ਼ ਹੈਗੀ ਉਹ ਕੋਰਟ ਇਸ ਨੂੰ ਸਬੂਤ ਦੇ ਤੌਰ 'ਤੇ ਮੰਨ ਕੇ ਉਹਨੂੰ ਜਿਹੜਾ ਹੈਗਾ ਕਿ ਉਹ ਹੋ ਜਾਏਗਾ ਕਿ ਹਾਂਜੀ ਠੀਕ ਹੈ ਜੀ ਜਿੰਨੀਆਂ ਵੀ ਰਿਕੁਆਇਰਮੈਂਟ ਜਾਂ ਸ਼ਰਤਾਂ ਸੀਗੀਆਂ ਇਸ਼ਤਿਹਾਰ ਦੀਆਂ ਪੂਰੀਆਂ ਹੋ ਚੁੱਕੀਆਂ ਨੇ। ਨੰਬਰ 4 ਵੇਅਰ ਏ ਪ੍ਰੋਕਲਾਮੇਸ਼ਨ ਪਬਲਿਸ਼ਡ ਅੰਡਰ ਸਬਸੈਕਸ਼ਨ 1। ਹੁਣ ਕਹਿੰਦੇ ਸਬਸੈਕਸ਼ਨ ਪਹਿਲੇ ਦੇ ਤਹਿਤ ਅਗਰ ਜੇਕਰ ਉਹ ਪ੍ਰਕਾਸ਼ਿਤ ਹੋ ਜਾਂਦਾ ਇਸ਼ਤਿਹਾਰ ਇਜ਼ ਇਨ ਰਿਸਪੈਕਟ ਆਫ ਏ ਪਰਸਨ ਅਕਿਊਜ਼ਡ ਆਫ ਐਨ ਅਫੈਂਸ ਪਨਿਸ਼ੇਬਲ ਅੰਡਰ ਸੈਕਸ਼ਨ। ਹੁਣ ਕਹਿੰਦਾ ਜਿਹੜੇ ਅਫੈਂਸਾਂ ਦੇ ਵਿੱਚ ਉਹਦਾ ਦੋਸ਼ੀ ਹੈਗਾ ਉਹ ਕਿਹੜੇ ਅਫੈਂਸ ਨੇ 302 304 364 367 382 392 393 394 95 396 397 398 399 400 402 436 449 459 ਤੇ 460 ਸਾਡੀ ਜਿਹੜੀ ਇੰਡੀਅਨ ਪੀਨਲ ਕੋਡ ਦੇ ਅਗਰ ਤਹਿਤ ਉਹ ਜਿਹੜੀ ਘੋਸ਼ਣਾ ਅਗਰ ਉਹ ਜਾਰੀ ਹੋ ਜਾਂਦੀ ਹੈਗੀ ਆ ਜੇਕਰ ਉਹ ਬੰਦਾ ਉਹ ਉਹਨੇ ਵਾਲੇ ਜੁਰਮ ਕੀਤੇ ਹੋਏ ਆ ਤਾਂ ਐਂਡ ਸੱਚ ਪਰਸਨ ਫੇਲਸ ਟੂ ਅਪੀਅਰ ਐਟ ਦੀ ਸਪੈਸੀਫਾਈਡ ਪਲੇਸ ਐਂਡ ਟਾਈਮ ਰਿਕੁਆਇਰਡ ਬਾਈ ਦੀ ਪ੍ਰੋਕਲਾਮੇਸ਼ਨ। ਤਾਂ ਅਗਰ ਉਹ ਵਿਅਕਤੀ ਇਹਨਾਂ ਸਾਰੇ ਅਪਰਾਧਾਂ ਦੇ ਵਿੱਚ ਅਗਰ ਉਹਨੇ ਅਪਰਾਧ ਕੀਤੇ ਹੋਏ ਆ ਪਰ ਉਹਨੂੰ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਸੀ ਕੋਰਟ ਵੱਲੋਂ ਪਰ ਉਹ ਕੋਰਟ ਵਿੱਚ ਪੇਸ਼ ਨਹੀਂ ਹੁੰਦਾ ਦੱਸੇ ਹੋਏ ਟਾਈਮ ਦੇ ਉੱਤੇ ਜਾਂ ਜਗ੍ਹਾ ਦੇ ਉੱਤੇ the court may after making such inquiry as it thinks fit pronounce him a proclaimed offender and make a declaration to that effect। ਤਾਂ ਅਗਰ ਉਹ ਵਿਅਕਤੀ ਜਿਹਦੇ ਖਿਲਾਫ ਇਹ ਇਸ਼ਤਿਹਾਰ ਜਾਰੀ ਕੀਤਾ ਗਿਆ ਸੀਗਾ ਉਹ ਪੇਸ਼ ਨਹੀਂ ਹੁੰਦਾ ਕੋਰਟ ਦੇ ਵੱਲ ਦਿੱਤੇ ਹੋਏ ਟਾਈਮ ਅਤੇ ਜਗ੍ਹਾ ਦੇ ਉੱਤੇ ਤਾਂ ਜਿਹੜੀ ਕੋਰਟ ਹੈਗੀ ਆ ਉਹਨੂੰ ਫਰਾਰ ਕਰਾਰ ਕਰ ਸਕਦੀ ਹੈਗੀ ਆ ਕਿ ਉਹ ਇਹਨਾਂ ਦੋਸ਼ਾਂ ਤੋਂ ਫਰਾਰ ਹੈਗਾ। ਤੁਹਾਨੂੰ ਪ੍ਰੋਕਲੇਮਡ ਅਫੈਂਡਰ ਕਿਹਾ ਜਾਂਦਾ ਹੈ। ਨੰਬਰ 5 ਹੈ ਜੀ ਦਾ ਪ੍ਰੋਵੀਜ਼ਨ ਆਫ ਸੈਕਸ਼ਨ 2 ਅਤੇ 3 ਸਬਸੈਕਸ਼ਨ 2 ਅਤੇ 3 ਸ਼ੈਲ ਅਪਲਾਈ ਟੂ ਏ ਡੈਕਲੇਰੇਸ਼ਨ ਮੇਡ ਬਾਈ ਦੀ ਕੋਰਟ ਅੰਡਰ ਸਬਸੈਕਸ਼ਨ 4 ਐਜ਼ ਦੇ ਅਪਲਾਈ ਟੂ ਦੀ ਪ੍ਰੋਕਲਾਮੇਸ਼ਨ ਪਬਲਿਸ਼ਡ ਅੰਡਰ ਸਬਸੈਕਸ਼ਨ 1। ਤਾਂ ਇਹਦੇ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਸਬਸੈਕਸ਼ਨ ਦੀਆਂ 2 ਅਤੇ 3 ਦੀਆਂ ਜਿਹੜੀਆਂ ਪ੍ਰਕਾਸ਼ਿਤ ਕਰਨ ਬਾਰੇ ਹੈਗੀਆਂ ਕੋਰਟ ਵੱਲੋਂ ਉਹ ਸਬਸੈਕਸ਼ਨ 4 ਤੇ ਵੀ ਅਪਲਾਈ ਹੁੰਦੀਆਂ ਨੇ ਪ੍ਰੋਕਲਾਮੇਸ਼ਨ ਸਬਸੈਕਸ਼ਨ 1 ਤੇ ਇਸ ਤਰੀਕੇ ਨਾਲ ਸਾਡਾ ਜਿਹੜਾ 82 ਸੈਕਸ਼ਨ ਹੈ ਕੰਪਲੀਟ ਹੁੰਦਾ। ਹੁਣ ਇਹਦੇ ਵਿੱਚ ਸਿਰਫ ਇੰਨੀ ਗੱਲ ਹੈ ਜੇ ਅਸੀਂ ਇਹਨੂੰ ਸੰਖੇਪ ਹਾਲਾਤ ਵਿੱਚ ਦੇਖਿਆ ਜਾਵੇ ਤਾਂ ਜਦੋਂ ਕੋਈ ਵਿਅਕਤੀ ਜਿਹੜਾ ਹੈਗਾ ਉਹ ਕੋਰਟ ਵੱਲੋਂ ਜਾਰੀ ਕੀਤੇ ਹੋਏ ਵਾਰੰਟਾਂ ਤੋਂ ਲੁਕਦਾ ਛੁਪਦਾ ਹੈ ਤਾਂ ਕੋਰਟ ਇੱਕ ਇਸ਼ਤਿਹਾਰ ਜਾਰੀ ਕਰਦੀ ਹੈ ਕਿ ਇਹ ਵਿਅਕਤੀ ਹੈ ਜੋ ਕਿ ਕੋਰਟ ਵਿੱਚ ਇਸ ਅਫੈਂਸ ਦੇ ਥੱਲੇ ਹੈ ਜੋ ਕਿ ਹੁਣ ਪੇਸ਼ ਨਹੀਂ ਹੋ ਰਿਹਾ ਤਾਂ ਉਹਦੇ ਵਿੱਚ ਤੋਂ ਇਸ਼ਤਿਹਾਰ ਜਾਰੀ ਕਰ ਦਿੰਦੀ ਹੈ। ਉਹ ਜਿਹੜਾ ਇਸ਼ਤਿਹਾਰ ਹੈ ਉਹਦੇ ਘਰ ਦੇ ਵਿੱਚ ਜਾਂ ਘਰ ਦੇ ਬਾਹਰ ਘਰ ਦੇ ਨਾਲ ਜਾਂ ਘਰ ਦੀ ਕਿਸੇ ਵੀ ਜਗ੍ਹਾ ਦੇ ਉੱਤੇ ਜਾਂ ਕੋਈ ਜਿਸ ਥਾਂ ਦੇ ਉੱਤੇ ਉਹ ਬੰਦਾ ਰਹਿੰਦਾ ਹੋਵੇ ਉਸ ਜਿਹੜਾ ਟਾਊਨ ਹੈ ਪਿੰਡ ਆ ਕਸਬਾ ਵਾ ਉੱਥੇ ਕਿਤੇ ਆਮ ਜਨਤਾ ਜਿਹੜੀ ਉਹ ਉੱਥੇ ਕੋਈ ਜਗ੍ਹਾ ਨੂੰ ਦੇਖਦੀ ਹੋਵੇ ਤਾਂ ਉੱਥੇ ਲਾ ਸਕਦਾ ਇਸ਼ਤਿਹਾਰ ਦੀ ਕਾਪੀ ਜਾਂ ਜਿਹੜਾ ਕੋਈ ਕੋਰਟ ਹੈ ਜਿਹਨੇ ਜਾਰੀ ਕੀਤਾ ਉਹਦੇ ਜਿਹੜਾ ਉੱਥੇ ਵੀ ਬਾਹਰ ਲਾ ਸਕਦੀ ਹੈਗੀ ਆ। ਤਾਂ ਜਦੋਂ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਂਦਾ ਤਾਂ ਕੁਝ ਸਾਨੂੰ ਇਹਨਾਂ ਨੇ ਅਪਰਾਧ ਦੱਸੇ ਆ ਕਿ ਜੇਕਰ ਫਿਰ ਵੀ ਦੋਸ਼ੀ ਨਹੀਂ ਪੇਸ਼ ਹੁੰਦਾ ਹੈਗਾ ਤਾਂ ਅਖਬਾਰ ਵਿੱਚ ਵੀ ਕੋਰਟ ਹੈ ਜਿਹੜੀ ਉਹਨਾਂ ਨੂੰ
ਪ੍ਰਕਾਸ਼ਿਤ ਕਰ ਸਕਦੀ ਹੈ। ਉਹ ਪ੍ਰਕਾਸ਼ਿਤ ਕਰਨ ਤੋਂ ਬਾਅਦ ਵੀ ਬੰਦਾ ਨਹੀਂ ਆਉਂਦਾ ਹੈਗਾ ਤਾਂ ਉਹਦੇ ਵਿੱਚ ਬਿਆਨ ਦਰਜ ਕਰਕੇ ਵੀ ਪੂਰੀਆਂ ਜਿਹੜੀਆਂ ਰਿਕੁਆਇਰਮੈਂਟਸ ਸੀਗੀਆਂ ਇਸ਼ਤਿਹਾਰ ਜਾਰੀ ਕਰਨ ਦੀਆਂ ਉਹ ਪੂਰੀਆਂ ਹੋ ਗਈਆਂ ਸ਼ਰਤਾਂ, ਅਤੇ ਉਸ ਤੋਂ ਬਾਅਦ ਜਿਹੜੀ ਕੋਰਟ ਹੈ ਜਿਹੜੇ ਅਪਰਾਧ ਜਿਹੜੇ ਲਿਖੇ ਹੋਏ ਆ ਇਸ ਧਾਰਾ ਦੇ ਵਿੱਚ ਉਹਨਾਂ ਦੇ ਅਧੀਨ ਜਿਹੜਾ ਉਸ ਤੋਂ ਬਾਅਦ ਉਹਨਾਂ ਨੂੰ ਉਸ ਬੰਦੇ ਨੂੰ ਉਸ ਵਿਅਕਤੀ ਨੂੰ ਫਰਾਰ ਕਰਾਰ ਕਰ ਸਕਦੀ ਹੈ, ਪ੍ਰੋਕਲੇਮਡ ਅਫੈਂਡਰ ਇਹਨਾਂ ਦੋਸ਼ਾਂ ਦੇ ਵਿੱਚ ਉਹਨੂੰ ਕਰ ਸਕਦੀ ਹੈ। ਹਾਂਜੀ, ਹੁਣ ਸਾਡੇ ਕੋਲ ਧਾਰਾ ਆਉਂਦੀ ਸੈਕਸ਼ਨ 83 ਆ ਗਈ ਸਾਡੇ ਕੋਲ ਅਟੈਚਮੈਂਟ ਆਫ ਪ੍ਰੋਪਰਟੀ ਆਫ ਪਰਸਨ ਅਬਸਕੌਂਡਿੰਗ। ਹੁਣ ਜਿਹੜਾ ਵਿਅਕਤੀ ਜੋ ਕਿ ਭੱਜ ਨੱਠ ਕਰ ਰਿਹਾ ਆਪਣੇ ਆਪ ਨੂੰ ਬਚਾ ਰਿਹਾ ਹੈ ਇਹ ਵਾਰੰਟਾਂ ਤੋਂ, ਤਾਂ ਉਹਦੀ ਜਿਹੜੀ ਜਗ੍ਹਾ ਜ਼ਮੀਨ ਹੈਗੀ ਆ ਜਾਂ ਉਹਦੀ ਜਿਹੜੀ ਕੋਈ ਪ੍ਰੋਪਰਟੀ ਹੈਗੀ ਆ ਤਾਂ ਉਸ ਨੂੰ ਜਿਹੜਾ ਹੈਗਾ ਕਿਸ ਤਰੀਕੇ ਨਾਲ ਕੋਰਟ ਹੈ ਜਿਹੜੀ ਕੁਰਕ ਕਰ ਸਕਦੀ ਹੈਗੀ ਆ। ਤਾਂ ਨੰਬਰ 1 ਹੈ ਜੀ, the court issuing a proclamation under section 82 may for reason to be recorded in writing at any time after the issue of proclamation order the attachment of any property movable, immovable or both belonging to the proclaimed offender। ਕਹਿੰਦਾ ਜਦੋਂ ਕੋਰਟ ਜਿਹੜੀ ਕਿ ਇਸ਼ੂ ਕਰਦੀ ਹੈਗੀ ਹੈ ਇਸ਼ਤਿਹਾਰ ਜਾਰੀ ਕਰਦੀ ਹੈ, ਉਹ ਇਸ਼ਤਿਹਾਰ ਜਾਰੀ ਕਰਨ ਤੋਂ ਬਾਅਦ ਕਿਸੇ ਵੀ ਟਾਈਮ ਜਿਹੜਾ ਅਗਰ ਉਹ ਜਿਹੜਾ ਵਿਅਕਤੀ ਹੈਗਾ ਜਿਹੜਾ ਕਿ ਨੱਠ ਭੱਜ ਰਿਹਾ ਹੈਗਾ ਸੈਕਸ਼ਨ 82 ਦੀ ਧਾਰਾ ਦੇ ਤਹਿਤ ਜੇਕਰ ਉਹਦੀ ਕੋਈ ਅਚਲ ਜਾਂ ਅਚਲ ਸੰਪੱਤੀ ਹੈਗੀ ਆ ਤਾਂ ਉਹਨੂੰ ਉਹ ਕੁਰਕ ਕਰ ਸਕਦੀ ਹੈਗੀ ਹੈ ਜਿਹੜਾ ਵਿਅਕਤੀ ਫਰਾਰ ਹੋਇਆ ਹੈ, ਜਿਹਦੇ ਬਾਰੇ ਕਿ ਘੋਸ਼ਣਾ ਪੱਤਰ ਜਾਰੀ ਹੋਇਆ ਹੈ, ਪ੍ਰਕਾਸ਼ਿਤ ਹੋਇਆ ਹੈ। ਪ੍ਰੋਵਾਈਡਡ ਪਰ ਕਹਿੰਦਾ that where at the time of the issue of proclamation of the court is satisfied by affidavit or otherwise that the person in relation to whom the proclamation is to be issued। ਕਹਿੰਦਾ ਜਦੋਂ ਕੋਈ ਬਿਆਨ ਆ ਜਾਂਦਾ, ਕੋਈ ਐਫੀਡੇਵਿਟ ਆ ਜਾਂਦਾ ਹੈਗਾ ਕੋਰਟ ਦੇ ਕੋਲ ਤੇ ਉਹਦੇ ਵਿੱਚ ਆ ਜਾਂਦਾ ਹੈਗਾ ਕਿ ਵੀ ਇਸ ਟਾਈਮ ਦੇ ਉੱਤੇ ਜਿਹੜਾ ਹੈਗਾ ਵਾ ਉਹਨੂੰ ਜਿਹੜਾ ਇਸ਼ਤਿਹਾਰ ਜਿਹੜਾ ਜਾਰੀ ਕੀਤਾ ਗਿਆ ਤਾਂ ਪੂਰੀਆਂ ਰਿਕੁਆਇਰਮੈਂਟਸ ਪੂਰੀਆਂ ਹੋ ਜਾਂਦੀਆਂ ਜਿਹਦੇ ਖਿਲਾਫ ਇਸ਼ਤਿਹਾਰ ਜਾਰੀ ਕੀਤਾ ਸੀ, ਤਾਂ ਕੋਰਟ ਕੀ ਕਰ ਸਕਦੀ ਨੰਬਰ A is about to dispose of the whole or any part of the property। ਤਾਂ ਉਹ ਜਿਹੜਾ ਬੰਦਾ ਨੱਠਿਆ ਭੱਜਿਆ ਹੋਇਆ ਉਹਦੀ ਜਿਹੜੀ ਪ੍ਰੋਪਰਟੀ ਹੈਗੀ ਆ ਉਹਦੇ ਕਿਸੇ ਇੱਕ ਭਾਗ ਨੂੰ ਜਾਂ ਪੂਰੀ ਪ੍ਰੋਪਰਟੀ ਨੂੰ ਜਿਹੜਾ ਹੈਗਾ ਉਹਨੂੰ ਵੇਚ ਸਕਦੀ ਹੈਗੀ ਹੈ। ਨੰਬਰ 2 ਤੇ ਆ ਜਾਂਦਾ ਜੀ is about to remove the whole or any part of his property from the local jurisdiction is to be local jurisdiction of the court, it may order the attachment of simultaneously with the issue of proclamation। ਤਾਂ ਹੁਣ ਇਹਦੇ ਵਿੱਚ ਕੀ ਆ ਗਿਆ ਕਿ ਜੇਕਰ ਉਹ ਕਹਿੰਦਾ is about to remove the whole or any part of his property from the local, ਤਾਂ ਜਿਹੜਾ ਉਹ ਵਿਅਕਤੀ ਹੈਗਾ ਜੇਕਰ ਉਹ ਇਹਨੂੰ ਰਿਮੂਵ ਕਰ ਰਿਹਾ ਹੈਗਾ ਉਸ ਜੂਰਿਸਡਿਕਸ਼ਨ ਚੋਂ ਕੋਰਟ ਦੀ, ਠੀਕ ਹੈ ਜੀ, ਤਾਂ ਉਹ ਇਸ ਜਿਹੜੀ ਪ੍ਰੋਪਰਟੀ ਹੈਗੀ ਆ ਉਹਨੂੰ ਕੋਰਟ ਜਿਹੜੀ ਹੈਗੀ ਆ ਸਾਈਮਲਟੇਨੀਅਸਲੀ ਜਿਹੜੀ ਹੈਗੀ ਆ ਉਹਨੂੰ ਕੁਰਕ ਕਰ ਸਕਦੀ ਹੈਗੀ, ਨਾਲ ਦੀ ਨਾਲ ਕੁਰਕ ਕਰ ਸਕਦੀ ਹੈਗੀ ਆ। ਤੇ ਇਸ ਸਾਡੇ ਕੋਲ ਸੈਕਸ਼ਨ 83 ਦੇ ਅਧੀਨ ਇਹਨਾਂ ਜਿਹੜੇ ਦੋ ਸੈਕਸ਼ਨ ਏ ਦੇ ਵਿੱਚ ਸਾਡੇ ਕੋਲ ਆਇਆ ਕਿ ਜੇਕਰ ਕੋਈ ਉਹ ਜਿਹੜਾ ਬੰਦਾ ਹੈਗਾ ਜਿਹਦੇ ਖਿਲਾਫ ਹੋਇਆ ਵਾ ਪ੍ਰੋਕਲਾਮੇਸ਼ਨ ਪ੍ਰਕਾਸ਼ਿਤ ਜਾਰੀ ਹੋਈ ਹੈ, ਅਗਰ ਉਹ ਉਸ ਪ੍ਰੋਪਰਟੀ ਨੂੰ ਵੇਚਣ ਲੱਗਦਾ ਜਾਂ ਕਿਸੇ ਪਾਰਟ ਨੂੰ ਜਾਂ ਪੂਰੀ ਪ੍ਰੋਪਰਟੀ ਨੂੰ ਜਾਂ ਉਸ ਜੂਰਿਸਡਿਕਸ਼ਨ ਤੋਂ ਕੋਰਟ ਤੋਂ ਦੂਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈਗਾ, ਤਾਂ ਜਿਹੜੀ ਕੋਰਟ ਹੈਗੀ ਹੈ ਉਹ ਹੁਕਮ ਕਰ ਸਕਦੀ ਹੈਗੀ ਆ ਨਾਲ ਦੀ ਨਾਲ ਉਸ ਜਿਹੜੀ ਪ੍ਰੋਪਰਟੀ ਉਹਨੂੰ ਕੁਰਕ ਕਰਨ ਦਾ, ਠੀਕ ਹੈ ਜੀ। ਤਾਂ ਇਹ ਆ ਗਿਆ ਜੀ ਸਾਡੇ ਕੋਲ 83 ਸੈਕਸ਼ਨ ਦਾ ਜਿਹੜਾ ਪਹਿਲਾ ਸਬ ਸੈਕਸ਼ਨ ਹੈ 1। ਹੁਣ ਆ ਗਿਆ ਜੀ ਸਬ ਸੈਕਸ਼ਨ 2 such order shall authorize the attachment of any property। ਕਹਿੰਦਾ ਉਹ ਜਿਹੜਾ ਹੁਕਮ ਹੈਗਾ ਦੀ shall authorize attachment of any property belonging to such person within the district in which it is made। ਹਾਂਜੀ, ਤੇ ਜਿਹੜੀ ਕੋਰਟ ਨੇ ਉਹਨੂੰ ਇਸ਼ੂ ਕੀਤਾ ਵਾ ਉਹਦੇ ਉਸ ਕੋਰਟ ਦੇ ਜਿਹੜਾ ਖੇਤਰਫਲ ਹੈਗਾ ਜਾਂ ਖੇਤਰ ਹੈਗਾ ਉਹਦੇ ਵਿੱਚ ਉਹਦੀ ਤਮੀਲ ਹੋ ਸਕਦੀ ਹੈ। ਐਂਡ ਇਟ ਸ਼ੈਲ ਆਥੋਰਾਈਜ਼ ਦੀ ਅਟੈਚਮੈਂਟ of any property belonging to such person without such district when endorsed by the district magistrate। ਤਾਂ ਅਗਰ ਮੰਨ ਲਓ ਇਹ ਪ੍ਰੋਪਰਟੀ ਕਿਸੇ ਬਾਹਰਲੇ ਖੇਤਰ 'ਚ ਹੋਵੇ ਤਾਂ ਉੱਥੋਂ ਦਾ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਹੋਏਗਾ ਉਹ ਇਸ ਚੀਜ਼ ਜਿਹੜੀ ਪ੍ਰੋਪਰਟੀ ਨੂੰ ਪਹਿਲਾਂ ਤਸਦੀਕ ਕਰੇਗਾ within whose jurisdiction such property is situated, ਜਿਹਦੇ ਖੇਤਰ ਦੇ ਵਿੱਚ ਪੈਂਦੀ ਹੈ। ਕਹਿਣ ਦਾ ਮਤਲਬ ਇਹ ਹੈ ਸਬਸੈਕਸ਼ਨ ਦੇ ਵਿੱਚ ਕਿ ਜਿਹੜੀ ਕੋਰਟ ਇਹਨੂੰ ਇਸ਼ੂ ਕਰਦੀ ਅਗਰ ਤਾਂ ਉਹਦੇ ਖੇਤਰ ਦੇ ਵਿੱਚ ਹੀ ਪੈਂਦੀ ਹੈਗੀ ਹੈ ਪ੍ਰੋਪਰਟੀ ਤਾਂ ਉਹਦੇ ਕੋਲ ਹੋ ਸਕਦੀ ਹੈਗੀ ਆ। ਜੇਕਰ ਕਹਿੰਦਾ ਉਹ ਕਿਸੇ ਹੋਰ ਖੇਤਰ ਦੇ ਵਿੱਚ ਪੈਂਦੀ ਹੈ ਕਿਸੇ ਹੋਰ ਡਿਸਟ੍ਰਿਕਟ ਦੇ ਜ਼ਿਲ੍ਹੇ ਦੇ ਤਾਂ ਉੱਥੋਂ ਦਾ ਗਾਂ ਜਿਹੜਾ ਹੋਏਗਾ DM ਹੋਏਗਾ ਡਿਸਟ੍ਰਿਕਟ ਮੈਜਿਸਟ੍ਰੇਟ ਜ਼ਿਲ੍ਹਾ ਅਧਿਕਾਰੀ ਹੋਏਗਾ ਤਾਂ ਉਹ ਉਹਨੂੰ ਪਹਿਲਾਂ ਤਸਦੀਕ ਕਰ ਦੇਗਾ ਕਿ ਪ੍ਰੋਪਰਟੀ ਜਿਹੜੀ ਇੱਥੇ ਸਥਿਤ ਹੈਗੀ ਤਾਂ ਅਟੈਚਮੈਂਟ ਹੋ ਸਕਦੀ ਹੈ।
सबसैक्शन 3 है जी, कहना इफ द प्रॉपर्टी ऑर्डर्ड टू बी अटैच्ड is a debt or other movable property, the attachment under that section shall be made। सबसੈਕਸ਼ਨ 3 ਸਾਨੂੰ ਕਹਿੰਦਾ ਕਿ ਅਗਰ ਜੇਕਰ ਉਹ ਕੋਈ ਪ੍ਰਾਪਰਟੀ ਹੈਗੀ ਆ, ਉਹ ਕੋਈ ਕਰਜ਼ਾ ਵਾ ਜਾਂ ਮੂਵੇਬਲ ਪ੍ਰਾਪਰਟੀ ਹੈਗੀ ਆ ਔਰ ਅਦਰ ਮੂਵੇਬਲ ਪ੍ਰਾਪਰਟੀ, ਤਾਂ ਉਹਦੇ ਵਿੱਚ ਜਿਹੜੀ ਅਟੈਚਮੈਂਟ ਹੈ ਉਹ ਕਿਸ ਤਰ੍ਹਾਂ ਹੋਏਗੀ, ਉਹਦਾ ਹੁਣ ਥੱਲੇ ਲਿਖਿਆ ਜੀ ਇਹਨੇ, ਬਾਈ ਸੀਜ਼ਰ ਜ਼ਬਤ ਕਰ ਲਈ ਜਾਏਗੀ, ਬਾਈ ਦੀ ਅਪਾਇੰਟਮੈਂਟ ਆਫ ਏ ਰਿਸੀਵਰ, एक व्यक्ति नियुक्त कर दिता जाएगा रिसीवर जो कि सारा वो देखभाल करेगा। नंबर सी, बाय एन ऑर्डर इन राइटिंग प्रोहिबिटिंग द डिलीवरी ऑफ सच प्रॉपर्टी टू द प्रोक्लेम्ड परसन और टू एनी वन ऑन हिज बिहाफ, और तो वो एक मनाही का हुक्म भी कोर्ट जारी कर सकती हैगी है कि ये जी प्रॉपर्टी हैगी आ, जोड़ा व्यक्ति उत्थों नठिया भज्जा होया वा ਉਹਦੇ बारे ਉਹਨੂੰ मना किया जाएगा ये प्रॉपर्टी देने बारे, तो जां उस ਜਿਹੜਾ ਉਹ ਕੋਈ ਹੋਰ ਦੀ ਥਾਂ ਦੇ ਉੱਤੇ ਅਗਰ ਕੋਈ ਆਂਦਾ ਤਾਂ ਉਹਨੂੰ ਵੀ ਮਨਾ ਕੀਤਾ ਜਾਏਗਾ। ਡੀ ਬਾय ਆਲ ਔਰ ਐਨੀ ਆਫ ਟੂ ਸੱਚ ਮੈਥਡ ਐਜ਼ ਦਾ ਕੋਰਟ ਮੇ ਕੰਕਲੂਡ, ਤਾਂ ਉੱਪਰ ਦੱਸੇ ਦੋਵੇਂ ਤਰੀਕਿਆਂ ਦੇ ਵਿੱਚੋਂ ਕੋਰਟ ਜਿਹੜੀ ਹੈਗੀ ਉਹ ਕੋਈ ਵੀ ਤਰੀਕਾ ਅਪਣਾ ਸਕਦੀ ਹੈ। ਕਹਿਣ ਦਾ ਮਤਲਬ ਕੀ ਹੈ ਜੀ ਕਿ ਅਗਰ ਮੰਨ ਲਓ ਕਿ ਕੋਰਟ ਹੁਕਮ ਕਰ ਦਿੰਦੀ ਆ ਕੋਈ ਇਹੋ ਜਿਹੀ ਪ੍ਰਾਪਰਟੀ ਆ ਜਿਹੜੀ ਕਰਜ਼ ਵਾਲੀ ਹੈਗੀ ਆ, ਉਹ ਮੂਵੇਬਲ ਹੈ ਜਾਂ ਕਰਜ਼ ਹੈ, ਤਾਂ ਉੱਥੇ ਜਿਹੜੀ ਅਟੈਚਮੈਂਟ ਕਿਸ ਤਰ੍ਹਾਂ ਹੋਏਗੀ, ਉੱਥੇ ਜਿਹੜੀ ਕੋਰਟ ਹੈਗੀ ਆ ਜਾਂ ਤਾਂ ਉਹਨੂੰ ਜ਼ਬਤ ਕਰਾ ਸਕਦੀ ਹੈਗੀ ਪ੍ਰਾਪਰਟੀ ਨੂੰ, ਜਾਂ ਉਹਦੇ ਵਿੱਚ ਇੱਕ ਮਨਾਹੀ ਦਾ ਹੁਕਮ ਜਾਰੀ ਕਰ ਦੇਗੀ ਕਿ ਜਿਹੜੇ ਬੰਦੇ ਦੇ ਖਿਲਾਫ ਇਸ਼ਤਿਹਾਰ ਜਾਰੀ ਹੋਇਆ ਹੋਇਆ ਹੈਗਾ ਉਹਨੂੰ ਪ੍ਰਾਪਰਟੀ ਨਾ ਦਿੱਤੀ ਜਾਵੇ, ਜਾਂ ਉਹਦੇ ਬਿਹਾਫ ਦੇ ਉੱਪਰ ਅਗਰ ਕੋਈ ਹੋਰ ਵਿਅਕਤੀ ਪੇਸ਼ ਹੋਵੇ ਤਾਂ ਉਹਨੂੰ ਨਾ ਦਿੱਤੀ ਜਾਵੇ। ਤੇ ਦੋਵਾਂ 'ਚੋਂ ਕੋਈ ਵੀ ਮੈਥਡ ਜਿਹੜਾ ਇਹ ਅਦਾਲਤ ਅਪਣਾ ਸਕਦੀ ਹੈਗੀ। सबसैक्शन 4 है जी, कहता इफ द प्रॉपर्टी ऑर्डर टू बी अटैच्ड इमूवेबल, हम उत्ते मूवेबल प्रॉपर्टीज ते कर सी, हुण इत्थे इमूवेबल अचल संपत्ति आ गई। द अटैचमेंट अंडर दिस सैक्शन शैल इन द केस ऑफ लैंड पेइंग रेवन्यू टू द स्टेट गवर्नमेंट बी मेड थ्रू कलैक्टर ऑफ द डिस्ट्रिक्ट इन विच द लैंड इज सिचुएटेड एंड इन ऑल अदर केसेस। तो हुण कहना की होएगा जेकर जिहड़ी प्रॉपर्टी वो इमूवेबल प्रॉपर्टी हैगी है, अचल संपत्ति है, तो ਉਹਦੇ ਵਿੱਚ ਜਿਹੜਾ ਮਾਲੀਆ ਵਾ ਜਾਨੀ ਕਿ ਜਿਹੜਾ ਕਰ ਉਹ ਦਿੱਤਾ ਜਾਂਦਾ ਹੈਗਾ ਸਟੇਟ ਗਵਰਨਮੈਂਟ ਨੂੰ, ਤਾਂ ਉੱਥੇ ਜਿਹੜਾ ਕੰਮ ਹੈ ਕਲੈਕਟਰ ਨੂੰ ਕਿਹਾ ਜਾਏਗਾ, ਤੇ ਜਿਹੜਾ ਕਲੈਕਟਰ ਹੈਗਾ ਜਿਸ ਵੀ ਡਿਸਟ੍ਰਿਕਟ ਦੇ ਵਿੱਚ ਹੋਏਗਾ ਉਹ ਕੀ ਕਰ ਸਕਦਾ, ਉਹ ਨੰਬਰ ਏ ਬਾਈ ਟੇਕਿੰਗ ਪੋਜੈਸ਼ਨ ਕਬਜ਼ਾ ਕਰ ਸਕਦਾ, ਬੀ ਬਾਈ ਦੀ ਅਪਾਇੰਟਮੈਂਟ ਆਫ ਰਿਸੀਵਰ ਇੱਕ ਰਿਸੀਵਰ ਨਿਯੁਕਤ ਕਰ ਸਕਦਾ ਹੈ, ਸੀ ਬਾਈ ਐਨ ਆਰਡਰ ਇਨ ਰਾਈਟਿੰਗ ਪ੍ਰੋਹਿਬਿਟਿੰਗ ਦੀ ਪੇਮੈਂਟ ਆਫ ਰੈਂਟ ਔਨ ਡਿਲੀਵਰੀ और प्रॉपर्टी टू बी प्रोक्लेम्ड परसन और टू एनी वन ऑन हिज बिहाफ। तो जिहड़ा किराया हैगा वा वो जिहड़ा भज्जा होया व्यक्ति हैगा वा ਉਹਦੇ ਵੱਲੋਂ ਜਾਂ ਉਹਦੇ ਬਿਹਾਫ ਤੇ ਕਿਸੇ ਵਿਅਕਤੀ ਵੱਲੋਂ ਉਹਨੂੰ ਮਨਾ ਕੀਤਾ ਜਾ ਸਕਦਾ ਹੈ। ਡੀ ਹੈ ਬਾय ਆਲ ਔਰ ਐਨੀ ਟੂ ਆਫ ਸੱਚ ਮੈਥਡ ਐਜ਼ ਦ ਕੋਰਟ ਥਿੰਕਸ ਫਿਟ, ਜਿਹੜਾ ਕੋਰਟ ਜੋ ਸਹੀ ਸਮਝੇਗੀ ਉੱਪਰ ਦੱਸੇ ਹੋਏ ਤੱਤਾਂ ਤੋਂ ਉਹ ਕੋਸ਼ਟ ਕਰ ਸਕਦੀ ਹੈ। ਨੰਬਰ 5 ਸਾਡੇ ਕੋਲ ਆਉਂਦਾ ਜੀ, ਇਫ ਦ ਪ੍ਰੋਪਰਟੀ ਆਰਡਰ ਟੂ ਬੀ ਅਟੈਚ ਕੰਸਿਸਟਸ ਆਫ ਲਾਈਵ ਸਟਾਕ or is of a perishable nature, the court may thinks fit expedient order immediate sale thereof, and in such case of proceed of the sale shall abide the order of the court। ਤਾਂ ਇੱਥੇ ਕੀ ਕਹਿੰਦਾ, ਜਿੱਥੇ ਮੰਨ ਲਓ ਕਿ ਜਿਹੜੀ ਕੋਈ ਉਹਦੀ ਪ੍ਰਾਪਰਟੀ ਹੈਗੀ ਆ, ਉਸ ਵਿਅਕਤੀ ਦੀ ਜਿਹੜੀ ਹੈਗੀ ਆ ਉਹ ਕੋਈ ਧੰਨਵਾਦ ਕੋਈ ਪਸ਼ੂ ਪਾਲਣ ਦਾ ਕੁਝ ਹੈਗਾ, ਜਾਂ ਕੋਈ ਉਹਦੇ ਕੋਲ ਕੋਈ ਇਹੋ ਜਿਹੀ ਚੀਜ਼ ਆ, ਕੋਈ ਇਹੋ ਜਿਹਾ ਕੋਈ ਵਸਤੂ ਹੈਗੀ ਕਿ ਜਿਹੜੀ ਖਰਾਬ ਹੋਣ ਵਾਲੀ ਹੈ, तो ਉਹਦੇ ਵਿੱਚ ਕੀ ਹੈ ਜਿਹੜੀ ਅਦਾਲਤ ਹੈਗੀ ਆ ਉਹ ਉਹਨੂੰ ਫਟਾਫਟ ਨਿਰਦੇਸ਼ ਜਾਰੀ ਕਰ ਦਿੱਤੀ ਜਾਵੇਗੀ ਉਹਦੀ ਸੇਲ ਬਾਰੇ, ਉਹਨੂੰ ਵੇਚਣ ਬਾਰੇ, ਤਾਂ ਉਹਦੇ ਤੋਂ ਜਿਹੜੀ ਵਿਕਰੀ ਹੋਏਗੀ ਸੇਲ ਦੇ ਉੱਤੋਂ ਵੇਚਣ ਦੇ ਬਾਅਦ ਤਾਂ ਉਹਦਾ ਕੋਰਟ ਫੈਸਲਾ ਕਰੇਗੀ। ਨੰਬਰ 6 ਹੈ ਦ ਪਾਵਰਸ ਡਿਊਟੀਜ਼ ਐਂਡ ਲਾਇਬਿਲਿਟੀਜ਼ ਆਫ ਰਿਸੀਵਰ ਅਪਾਇੰਟਡ ਅੰਡਰ ਦਿਸ ਸੈਕਸ਼ਨ ਸ਼ੈਲ ਬੀ ਸੇਮ ਐਜ਼ ਦੋਜ਼ ਆਫ ਰਿਸੀਵਰ ਅਪਾਇੰਟਡ ਅੰਡਰ ਕੋਡ ਆਫ ਸਿਵਲ ਪ੍ਰੋਸੀਜਰ। ਤਾਂ ਕਹਿੰਦਾ ਜਿਹੜਾ ਇਹਦੇ ਵਿੱਚ ਰਿਸੀਵਰ ਜਿਹੜਾ ਹੋਏਗਾ ਅਪਾਇੰਟ ਹੋਏਗਾ ਉਹਦੀਆਂ ਜਿਹੜੇ ਡਿਊਟੀਜ਼ ਆ ਤੇ ਰਾਈਟ ਹੈਗੇ ਆ ਉਹ ਸਾਰਾ ਕੁਝ ਧਾਰਾ CPC ਦੇ ਅਕੋਰਡਿੰਗਲੀ ਹੋਣਗੇ। ਤਾਂ ਇਸ ਸੈਕਸ਼ਨ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪ੍ਰਾਪਰਟੀ ਦੀ ਕੁਰਕੀ ਹੈਗੀ ਆ, ਜੋ ਵਿਅਕਤੀ ਜਿਹੜਾ ਕੋਰਟ ਵੱਲੋਂ ਭੱਜਿਆ ਹੋਇਆ ਹੈਗਾ, ਫਰਾਰ ਹੋਇਆ ਪਿਆ ਹੈਗਾ, ਤਾਂ ਉਹਦਾ ਕਿੱਦਾਂ ਉਹਦੀ ਕੁਰਕੀ ਉਹਦੀ ਪ੍ਰਾਪਰਟੀ ਦੀ ਚੱਲ ਤੇ ਚੱਲ ਸੰਪत्ति ਦੀ ਜਾਂ ਜਿਹੜੀ ਖਰਾਬ ਹੋਣ ਵਾਲੀ ਕੋਈ ਚੀਜ਼ ਆ ਉਹਦੀ ਕਿੱਦਾਂ ਹੋਏਗੀ, ਤਾਂ ਇਹ ਕੀਤਾ ਜਾਏਗਾ। ਇਹਦੇ ਵਿੱਚ ਸ਼ਡਿਊਲ ਸੈਕੰਡ ਦੇ ਵਿੱਚ ਫਾਰਮ ਨੰਬਰ 6, 7 ਅਤੇ 8 ਇਹ ਜ਼ਰੂਰ ਪੜ੍ਹ ਲੈਣ, ਕਿਉਂਕਿ ਇਹਦੇ ਨਾਲ ਸਾਨੂੰ ਜਿਹੜਾ ਪਤਾ ਲੱਗ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪ੍ਰੋਕਲਾਮੇਸ਼ਨ ਜਿਹੜੀ ਹੈਗੀ ਉਹ
ਜਾਂ ਅਟੈਚਮੈਂਟ ਜਿਹੜੀ ਹੈਗੀ ਉਹ ਕਿਸ ਤਰ੍ਹਾਂ ਤਰੀਕੇ ਨਾਲ ਹੁੰਦੀ ਹੈ। ਥੈਂਕਸ ਟੂ ਆਲ, ਧੰਨਵਾਦ ਜੀ।